पता नहीं कि आखिर कदों तक बैठना पे जिस करके तुसी पक्के घर बना ले एसी लवा ले। ਇਹ ਕਹਿ ਸਕਦੇ ਆ ਵੀ ਰਹਿਣ ਬਸੇਰੇ ਉਹਨੇ ਸਾਨੂੰ ਮਾਲਕ ਨੇ ਬਣਵਾ ਦਿੱਤੇ ਹੈ ਵੀ ਜੇਕਰ ਸਰਕਾਰ ਨਹੀਂ ਮੰਨਦੀ 6 ਮਹੀਨੇ ਦਾ ਕਿਹਾ ਸੀ, ਹੁਣ ਤੇ 8 ਮਹੀਨੇ ਹੋ ਜਾਣੇ ਆ ਮੂਹਰੇ 26 ਨੂੰ। ਕੋਈ ਗੱਲ ਨਹੀਂ, ਅਸੀਂ ਤੇ ਇਹ ਪਲੈਨਿੰਗ ਕਰ ਚੁੱਕੇ ਹਾਂ ਕਿ ਜੇ ਨਹੀਂ ਸਰਕਾਰ ਮੰਨਦੀ 2022 ਦੀ ਇਲੈਕਸ਼ਨ 'ਚ ਨਹੀਂ ਮੰਨਦੀ 2024 ਤੱਕ ਰਵਾਂਗੇ, ਬਿਲਕੁਲ ਡਟੇ ਰਵਾਂਗੇ ਇਸੇ ਤਰ੍ਹਾਂ ਤਕੜੇ ਹੋ ਕੇ। ਖੇਤੀ ਕਾਨੂੰਨ ਰੱਦ ਹੋ ਜਾਣਾ ਤੁਹਾਡੀ ਜਿੱਤ ਹੋਵੇ, ਚਲੋ ਮੰਨ ਲਓ ਜਦੋਂ ਜਿੱਤ ਹੋ ਵੀ ਗਈ ਉਸ ਤੋਂ ਬਾਅਦ ਘਰ ਛੱਡ ਕੇ ਜਾਣਾ, ਇਸੇ ਘਰ ਦੇ ਜਾਣ ਕੇ ਕਹਿ ਸਕਦੇ ਆ ਹਿੱਕ ਦੇ ਉੱਤੇ ਨੂੰ ਜਿਹੜੀਆਂ ਗੱਡੀਆਂ ਚੱਲਣਗੀਆਂ, ਉਹ ਬੜਾ ਇੱਕ ਮਨ ਜਿਹੜਾ ਦੁਖੀ ਵੀ ਹੋਵੇਗਾ ਕਿ ਇਹ ਵਿਲੱਖਣਤਾ ਆ ਕਿ ਜਦੋਂ ਇਹ ਅੰਦੋਲਨ ਖਤਮ ਹੋਏਗਾ ਜਾਵਾਂਗੇ। ਕੱਲਾ ਇਹ ਨਹੀਂ ਵੀ ਸਾਡੇ ਮਨਾਂ 'ਚ, ਆਸ-ਪਾਸ ਦੇ ਲੋਕ ਰੋਣਗੇ। ਇਦਾਂ ਦਾ ਪਿਆਰ ਸਨੇਹ, ਇਦਾਂ ਹਰਿਆਣੇ ਵਾਲੇ ਸਾਥੀ ਆ ਉਹ ਖੁਸ਼ ਹੁੰਦੇ ਨੇ, ਚਾਹ ਚੜ ਜਾਂਦਾ, ਕੋਈ ਲੱਸੀਆਂ ਲੈ ਕੇ ਆਉਂਦਾ, ਕੋਈ ਦੁੱਧ ਲੈ ਕੇ ਆਉਂਦਾ। ਕਾਨਿਆਂ ਨਾਲ ਬਣਾਈ ਗਈ ਬਾਉਂਡਰੀ ਤੇ ਪੱਕੇ ਘਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਇਹ ਤਸਵੀਰ ਕਿਸੇ ਪਿੰਡ ਜਾਂ ਫਿਰ ਕਿਸੇ ਸ਼ਹਿਰ ਦੀ ਨਹੀਂ, ਬਲਕਿ ਨੈਸ਼ਨਲ ਹਾਈਵੇ ਦੇ ਉੱਤੇ ਬਣੇ ਕਿਸਾਨਾਂ ਦੇ ਘਰ ਦੀ ਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਲਗਭਗ 8 ਮਹੀਨੇ ਜਿਹੜੇ ਨੇ ਇੱਥੇ ਹੋਣ ਵਾਲੇ ਨੇ। ਗਰਮੀ ਦਾ ਮੌਸਮ ਆ, ਗਰਮੀ ਤੋਂ ਬਚਣ ਦੇ ਲਈ ਕਿਸਾਨਾਂ ਨੇ ਇੱਥੇ ਪੱਕੇ ਘਰ ਤੱਕ ਬਣਾ ਲਏ ਗਏ ਨੇ, ਕਿਉਂਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਆਖਿਰ ਅੰਦੋਲਨ ਕਦੋਂ ਤੱਕ ਚੱਲੇਗਾ, ਕਦੋਂ ਤੱਕ ਸਰਕਾਰ ਆਪਣਾ ਰਵੱਈਆ ਛੱਡੇਗੀ, ਜਿਸ ਦੇ ਕਰਕੇ ਪੱਕੇ ਘਰ ਬਣਾ ਲਏ ਗਏ ਨੇ। ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੋਰਾਂ ਦੇ ਵੱਲੋਂ ਜਿਹੜੇ ਪੱਕੇ ਘਰ ਬਣਾਏ ਗਏ ਨੇ। ਇਕੱਲੇ ਘਰ ਹੀ ਨਹੀਂ ਬਣਾਏ ਗਏ ਬਲਕਿ ਗਰਮੀ ਤੋਂ ਬਚਣ ਦੇ ਲਈ ਇਹਨਾਂ ਦੇ ਵਿੱਚ ਜਿਹੜੇ ਨੇ ਏਸੀ ਤੱਕ ਲਗਾਏ ਗਏ ਨੇ, ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ, ਕਿਉਂਕਿ ਕੋਈ ਅੰਦਾਜ਼ਾ ਨਹੀਂ ਹੈ ਕਿ ਆਖਿਰ ਕਦੋਂ ਤੱਕ ਅੰਦੋਲਨ ਚੱਲੇ। ਗੱਲਬਾਤ ਕਰਦੇ ਆ, ਕਹਿ ਸਕਦੇ ਹਾਂ ਕਿ ਘਰ ਦੇ ਮਾਲਕ ਦੇ ਨਾਲ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਸਵਾਗਤ ਹੈ ਰਾਏ ਸਾਹਿਬ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ, D5 ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ। ਰਾਏ ਸਾਹਿਬ ਪਹਿਲਾਂ ਆਏ ਸੀ, ਕਹਿ ਕੇ ਆਏ ਸੀ ਕਿ 6 ਮਹੀਨੇ ਤੱਕ ਅਸੀਂ ਬੈਠਾਂਗੇ ਉੱਥੇ, ਪਰ 6 ਮਹੀਨੇ ਵੀ ਨਿਕਲ ਗਏ, ਹੁਣ ਕੋਈ ਪਤਾ ਨਹੀਂ ਕਿ ਆਖਿਰ ਕਦੋਂ ਤੱਕ ਬੈਠਣਾ ਪਏ, ਜਿਸ ਕਰਕੇ ਤੁਸੀਂ ਪੱਕੇ ਘਰ ਬਣਾ ਲਏ, ਏਸੀ ਲਵਾ ਲਏ। ਬਿਲਕੁਲ ਬਿਲਕੁਲ ਜੀ, ਇਹ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜਾ ਤੁਸੀਂ ਪਹਿਲਾਂ ਕਿਹਾ ਵੀ ਘਰ ਦੇ ਮਾਲਕ ਤਾਂ ਉਹ ਇੱਕੋ ਹੀ ਹੈ, ਉਹ ਵਾਹਿਗੁਰੂ ਹੈ ਮਾਲਕ। ਔਰ ਇਹ ਕਹਿ ਸਕਦੇ ਆ ਵੀ ਰਹਿਣ ਬਸੇਰੇ ਉਹਨੇ ਸਾਨੂੰ ਮਾਲਕ ਨੇ ਬਣਵਾ ਦਿੱਤੇ ਹੈ ਵੀ ਜੇਕਰ ਸਰਕਾਰ ਨਹੀਂ ਮੰਨਦੀ 6 ਮਹੀਨੇ ਦਾ ਕਿਹਾ ਸੀ, ਹੁਣ ਤੇ 8 ਮਹੀਨੇ ਹੋ ਜਾਣੇ ਆ ਮੂਹਰੇ 26 ਨੂੰ। ਕੋਈ ਗੱਲ ਨਹੀਂ, ਅਸੀਂ ਤੇ ਇਹ ਪਲੈਨਿੰਗ ਕਰ ਚੁੱਕੇ ਹਾਂ ਕਿ ਜੇ ਨਹੀਂ ਸਰਕਾਰ ਮੰਨਦੀ 2022 ਦੀ ਇਲੈਕਸ਼ਨ 'ਚ ਨਹੀਂ ਮੰਨਦੀ 2024 ਤੱਕ ਰਵਾਂਗੇ, ਬਿਲਕੁਲ ਡਟੇ ਰਵਾਂਗੇ ਇਸੇ ਤਰ੍ਹਾਂ ਤਕੜੇ ਹੋ ਕੇ। ਸੋ ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਅੰਦੋਲਨ ਚੜ੍ਹਦੀ ਕਲਾ 'ਚ ਹੈ ਔਰ ਸਭ ਨੇ ਆਪਣੇ ਰਹਿਣ ਬਸੇਰੇ ਕਿਸੇ ਨਾ ਕਿਸੇ ਢੰਗ ਨਾਲ ਬਾਂਸਾਂ ਵਾਲੀਆਂ ਝੁੱਗੀਆਂ ਬਣਾ ਕੇ, ਕਿਸੇ ਨੇ ਹੋਰ ਚਾਦਰਾਂ ਪਾ ਕੇ, ਆਪਣੀਆਂ ਲੋਹੇ ਦੀਆਂ ਸ਼ੀਟਾਂ ਪੱਕੇ ਆਪਣੇ ਬਸੇਰੇ ਬਣਾ ਲੈਣੇ, ਤਾਂ ਕਿ ਇਸ ਗੱਲ ਦੀ ਤਿਆਰੀ ਕਰ ਲਏ ਵੀ ਜਿੰਨਾ ਚਿਰ ਅੰਦੋਲਨ ਚੱਲੂਗਾ ਆਪਾਂ ਇਹਦੇ ਵਿੱਚ ਡਟੇ ਰਵਾਂਗੇ। ਸਰਕਾਰ ਨੂੰ ਤਾਂ ਪੂਰਾ ਡਰ ਹੋਏਗਾ ਕਿ ਘਰ ਤਾਂ ਬਣਾ ਲੇ, ਕਿਤੇ ਹੁਣ ਇੱਥੋਂ ਦੇ ਆਧਾਰ ਕਾਰਡ ਵੀ ਨਾ ਬਣਾ ਲੈਣ। ਮੈਂ ਤੁਹਾਨੂੰ ਦੱਸਦਾ, ਐਡਰੈਸ ਤਾਂ ਇਹਦੇ ਦੇਣੇ ਸ਼ੁਰੂ ਕਰਤੇ। ਇੱਕ ਦਿਨ ਕੋਰੀਅਰ ਮੰਗਵਾਈ ਤੇ ਉਹ ਐਡਰੈਸ ਦੱਸਿਆ ਉਹਨਾਂ ਨੂੰ, ਤਾਂ ਉਹ ਕਹਿੰਦੇ ਐਡਰੈਸ ਕੀ ਆ? ਇਹ ਐਡਰੈਸ ਹੈ HP ਪੈਟਰੋਲ ਪੰਪ ਦੇ ਕੋਲ, ਪੱਕੇ ਮਕਾਨਾਂ ਵਾਲੇ। ਸੋ ਇਹ ਇੱਕ ਤਰੀਕੇ ਦੇ ਨਾਲ ਮੈਂ ਬਹੁਤ ਵਾਰੀ ਸਟੇਜ ਤੋਂ ਕਿਹਾ ਵੀ ਇਹ ਤਾਂ ਹੁਣ ਮਹੱਲੇ ਬਣ ਜਾਣੇ ਆ। ਇਹ ਬਰਨਾਲੇ ਵਾਲਿਆਂ ਦਾ ਮਹੱਲਾ, ਇਹ ਬਠਿੰਡੇ ਵਾਲਿਆਂ ਦਾ ਮਹੱਲਾ, ਇਹ ਹੁਸ਼ਿਆਰਪੁਰ ਵਾਲਿਆਂ ਦਾ, ਇਹ ਜਲੰਧਰ ਵਾਲਿਆਂ ਦਾ, ਇਹ ਮਹੱਲੇ ਬਣ ਜਾਣੇ ਹੁਣ। ਇਹ ਜਿਹੜਾ ਇੱਕ ਪਿੰਡ ਵਸ ਗਿਆ ਵੱਡਾ, ਯਾਨੀ ਕਿ ਕਹਿ ਸਕਦੇ ਹਾਂ ਦੁਆਬਾ ਇਨਕਲੇਵ ਬਣ ਗਈ ਇਹ। ਬਿਲਕੁਲ ਹੈ, ਕਿਉਂਕਿ ਇੱਥੇ ਜ਼ਿਆਦਾ ਸਿੰਘੂ ਬਾਰਡਰ ਤੇ ਦੁਆਬਾ ਵੱਧ ਆਇਆ, ਕਿਉਂਕਿ ਮਾਲਵਾ ਵੱਧ ਹੈਗਾ ਟਿੱਕਰੀ ਤੇ। ਸੋ ਇਸ ਕਰਕੇ ਇਹ ਲਗਭਗ ਦੁਆਬਾ ਹੀ ਇਨਕਲੇਵ ਹੈ ਸਾਰੀ ਇਹ, ਤੇ ਇਹਦੇ ਵਿੱਚ ਦੁਆਬਾ ਬੈਲਟ ਜ਼ਿਆਦਾ ਹੈ। ਔਰ ਖਾਸ ਕਰ ਦੁਆਬੇ ਵਾਲਿਆਂ ਦੀ ਇਹ ਖਾਸੀਅਤ ਵੀ ਹੈ ਕਿ ਉਹਨਾਂ ਨੇ ਰਹਿਣਾ ਖਾਣਾ ਪੀਣਾ, ਕਿਉਂਕਿ NRI ਬੈਲਟ ਹੈ ਸਾਡੀ, ਬਾਹਰੋਂ ਸਾਡੇ ਜਿਹੜੇ ਧੀਆਂ ਪੁੱਤਰ ਭਰਾ ਸਾਡੇ ਬਜ਼ੁਰਗ ਪਹਿਲਾਂ ਦੇ ਗਏ ਹੋਏ ਨੇ, ਉਹ ਵੱਡੀ ਸਪੋਰਟ ਕਰ ਰਹੇ ਨੇ। ਇਸ ਅੰਦੋਲਨ 'ਚ ਵੱਡੀ ਸਪੋਰਟ ਹੈ NRI ਭਰਾਵਾਂ ਦੀ। ਸੋ ਉਹਦੇ ਕਰਕੇ ਸਾਰਾ ਹੀ ਦੁਆਬਾ ਜਿਹੜਾ ਆ ਚੜ੍ਹਦੀ ਕਲਾ 'ਚ ਹੈ, ਇੱਥੇ ਇਹ ਅੰਦੋਲਨ ਵੀ ਚੜ੍ਹਦੀ ਕਲਾ 'ਚ ਹੈ। ਰਾਏ ਸਾਹਿਬ ਕਿੰਨੇ ਕਮਰੇ ਬਣਾਏ ਨੇ ਤੁਸੀਂ ਇਹ, ਤੇ ਕਿੰਨੇ ਏਸੀ ਲਵਾਏ ਹੋਏ ਨੇ ਅੰਦਰ, ਕਿਸ ਤਰ੍ਹਾਂ ਦੀ ਸਹੂਲਤਾਂ ਨੇ ਇਸ ਦੇ ਅੰਦਰ? ਸਾਡੇ ਕੋਲ ਇਹ 3 ਕਮਰੇ 18x18 ਦੇ ਜਿਹੜੇ 9 ਇੰਚ ਦੀਆਂ ਕੰਧਾਂ ਕੱਢ ਕੇ ਪੱਕੇ ਮਕਾਨ ਬਣਾਏ, ਉਹ ਗਾਡਰ ਪਾ ਕੇ ਉੱਪਰ। ਸੋ ਇਹ 3 ਕਮਰੇ ਨੇ 18x18 ਦੇ, ਤਿੰਨਾਂ 'ਚ ਤਿੰਨੋਂ ਹੀ ਏਸੀ ਨੇ ਔਰ 4-4 ਪੱਖੇ ਲੱਗੇ ਹੋਏ ਨੇ। ਔਰ ਵਧੀਆ ਤਰੀਕੇ ਨਾਲ ਤੁਸੀਂ ਮੰਨੋਗੇ ਇਨਵਰਟਰ ਵੀ ਲਵਾਤਾ ਆ, ਲਾਈਟ ਚਲੀ ਜਾਵੇ ਤਾਂ ਜਿਹੜੇ ਤਿੰਨਾਂ ਹੀ ਕਮਰਿਆਂ 'ਚ 2-2 ਪੱਖੇ ਜਿਹੜੇ ਆ ਉਹ 20 ਘੰਟੇ ਕੱਢ ਜਾਣਗੇ। ਸੋ ਇਸ ਤਰੀਕੇ ਨਾਲ ਕਿਚਨ ਵੀ ਬਣਾਈ ਹੋਈ ਆ, ਨਾਲ ਡਾਈਨਿੰਗ ਰੂਮ ਵੀ ਪਿੱਛੇ ਬਣਿਆ ਹੋਇਆ, ਬੇਸ਼ੱਕ ਉਹ ਸ਼ੀਟਾਂ ਲਾ ਕੇ ਬਣਾਇਆ। ਸੋ ਇਸੇ ਤਰੀਕੇ ਨਾਲ ਪਿੱਛੇ ਲੈਟਰਿਨ ਬਾਥਰੂਮ ਵੀ ਬਣੇ ਆ। ਔਰ ਹੁਣ ਅਸੀਂ ਜਿਹੜਾ ਆਪਣਾ ਸਟੋਰ ਹੈ ਵੱਡਾ,
ਉਹ ਇੱਕ ਕਿਉਂਕਿ ਉਹ ਕਿਚਨ ਦੇ ਵਿੱਚ ਹੀ ਸਟੋਰ ਸੀ, ਪਰ ਜਿਹੜਾ ਪਾਣੀ ਦਾ ਟਰੱਕ ਜਦੋਂ ਆਉਂਦਾ ਉਹਦੇ ਵਾਸਤੇ ਲਾਉਣ ਵਾਸਤੇ ਉਹ ਹੁਣ ਇੱਥੇ ਸਾਈਡ ਤੇ ਇੱਕ ਹੋਰ ਅਸੀਂ ਸ਼ੀਟਾਂ ਦਾ ਵੱਡਾ ਸਟੋਰ ਬਣਾਉਣ ਜਾ ਰਹੇ ਹਾਂ। ਰਾਏ ਸਾਹਿਬ, ਜਿਵੇਂ ਤੁਸੀਂ ਇੱਟਾਂ ਲਾਈਆਂ, ਸੀਮੈਂਟ ਲਾਇਆ, ਚਲੋ ਉਸ ਤੇ ਖਰਚਾ ਜ਼ਰੂਰ ਆਇਆ, ਪਰ ਤੁਹਾਡਾ ਇੱਕ ਖਰਚਾ ਜ਼ਰੂਰ ਬਚ ਗਿਆ ਕਿ ਤੁਹਾਨੂੰ ਫਰਸ਼ ਪਾਉਣ ਦੀ ਲੋੜ ਨਹੀਂ ਪਈ। ਹਾਂ ਬਿਲਕੁਲ, ਉਹ ਸਾਡੇ ਕਈ ਸਾਥੀ ਕਹਿੰਦੇ ਨੇ ਕਿ ਆ ਤੁਸੀਂ ਫਰਸ਼ ਪਵਾਇਆ, ਅਸੀਂ ਕਿਹਾ ਸਾਨੂੰ ਸਰਕਾਰੀ ਫਰਸ਼ ਪਵਾਇਆ ਮਿਲ ਗਿਆ, ਇਸ ਕਰਕੇ ਸਾਨੂੰ ਪਾਉਣ ਦੀ ਲੋੜ ਨਹੀਂ ਪਈ। ਇਹ ਫਰਸ਼ ਨਾਲ ਵਧੀਆ ਝਾੜੂ ਮਾਰੋ ਤੇ ਪੱਧਰਾ ਹੋ ਜਾਂਦਾ, ਸੋ ਇਸ ਕਰਕੇ ਪਿਆ ਪਵਾਇਆ ਮਿਲ ਗਿਆ। ਔਰ ਇੱਥੇ ਦੀਵਾਰਾਂ ਵੀ ਬਹੁਤ ਡੂੰਘੀਆਂ ਨਹੀਂ ਲਿਜਾਣੀਆਂ ਪਈਆਂ, ਕਿਉਂਕਿ ਤੇ ਰੋਲਰ ਘੁੰਮ ਕੇ ਪੱਕਾ ਐਨ ਜਿਵੇਂ ਅਸੀਂ ਆਮ ਨੀਆਂ ਜਦੋਂ ਖੋਦਦੇ ਹਾਂ ਤਾਂ ਉਹ ਦੁਰਮਟ ਨਾਲ ਕੁੱਟਦੇ ਹਾਂ, ਇਹ ਸਭ ਕੁੱਟਿਆ ਕਟਾਇਆ ਮਿਲ ਗਿਆ। ਇੱਥੇ ਸਾਨੂੰ ਮਕਾਨ ਖੜਾ ਕਰਨਾ ਸੌਖਾ ਰਿਹਾ। ਹਾਂਜੀ, ਸਰਕਾਰ ਨੂੰ ਬੜਾ ਇਤਰਾਜ਼ ਹੋਊਗਾ, ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਹੋਵੇਗੀ, ਕਿਸ ਤਰ੍ਹਾਂ ਦਾ ਜਿਹੜਾ ਰਿਹਾ ਮਕਾਨ ਬਣਾਉਣ ਤੋਂ ਬਾਅਦ? ਇਹ ਇਸ ਤਰ੍ਹਾਂ ਹੋਈ, ਵਿੱਚ ਮਕਾਨ ਰੁਕਾ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ, ਮਹਾਪੰਚਾਇਤਾਂ ਚੱਲਦੀਆਂ ਸੀ, ਕੁਝ ਰਾਜਸਥਾਨ ਸੀ, ਕੁਝ ਮੈਂ ਬੰਗਾਲ ਗਿਆ ਹੋਇਆ ਸੀਗਾ, ਤੇ ਫਿਰ ਉਹ ਆ ਕੇ ਪੁਲਿਸ ਰੋਕ ਗਈ, ਪ੍ਰਸ਼ਾਸਨ SDM ਆਇਆ ਬਕਾਇਦਾ, ਆ ਕੇ ਡਿਪਟੀ ਆਇਆ, ਰੋਕ ਗਏ ਬਣਨ ਤੋਂ। ਪਰ ਫਿਰ ਸਾਡੇ ਸਾਥੀਆਂ ਨੇ ਕਿਹਾ ਇਹ ਰੋਕਣਾ ਨਹੀਂ, ਪਰ ਫਿਰ SHO ਲੋਕਲ ਤੋਂ ਜਿਹੜਾ ਕੁੰਡਲੀ ਤੋਂ ਹੈ ਉਹ ਬੜਾ ਨੇਕ ਹੈ ਵਿਚਾਰਾ, ਉਹ ਕਹਿੰਦਾ ਜੀ ਮੇਰੇ ਕਰਕੇ ਰੋਕ ਲਓ। ਅਸੀਂ ਵੀ ਦਿਹਾੜੀ ਕਰਕੇ ਉਹਨੂੰ ਕਿਹਾ ਵੀ ਚੱਲ ਇਹਦਾ ਵਿਚਾਰੇ ਦਾ ਇਮਾਨ ਰਹਿ ਜਾਵੇ। ਉਹਨੇ ਕਾਫੀ ਸਪੋਰਟ ਕੀਤੀ ਇਸ ਅੰਦੋਲਨ 'ਚ, ਰਾਤ ਨੂੰ ਵੀ ਫੋਨ ਕਰਦੇ ਸੀ, ਜਦੋਂ ਕੋਈ ਸ਼ਰਾਰਤੀ ਅਨਸਰ ਫੜੇ ਜਾਂਦਾ ਸੀ ਉਹ ਮੁਲਾਜ਼ਮ ਆਪਣੇ ਭੇਜ ਦਿੰਦਾ ਸੀ। ਸੋ ਇਹਨੂੰ ਦੇਖਦੇ ਹੋਏ ਅਸੀਂ ਥੋੜਾ ਸਮਾਂ ਰੁਕਿਆ। ਜਿੱਦਣ ਅਸੀਂ ਮਹਾਪੰਚਾਇਤਾਂ ਤੋਂ ਵਿਹਲੇ ਹੋਏ, ਮੁੜ ਇਹਨੂੰ ਪੂਰਾ ਕਰਤਾ, ਛੱਤ ਪਾਤੀ। ਫਿਰ ਸਾਨੂੰ ਇਹਨੀ ਨੋਟਿਸ ਕੱਢ ਦਿੱਤੇ ਕਾਰਪੋਰੇਸ਼ਨ ਵੱਲੋਂ। ਸਾਡੇ ਤੇ ਹੁਣ ਪਰਚਾ ਵੀ ਦਰਜ ਹੈ ਕੁੰਡਲੀ ਥਾਣੇ 'ਚ, ਅਨਟਰੇਸ ਬੰਦਿਆਂ ਤੇ ਹੈ ਵੈਸੇ ਹਾਲ ਦੀ ਘੜੀ, ਤੇ ਉਹ ਪਰਚਾ ਦਰਜ ਕੀਤਾ ਹੋਇਆ ਬਕਾਇਦਾ। ਔਰ ਉਹਨਾਂ ਨੇ ਸਾਨੂੰ ਨੋਟਿਸ ਦਿੱਤਾ ਵੀ ਇਹਨੂੰ ਢਾਓ। ਅਸੀਂ ਕਹਿੰਦੇ ਢਾਉਂਦੇ ਨਹੀਂ, ਜਿੰਨਾ ਚਿਰ ਅੰਦੋਲਨ ਚੱਲਦਾ ਇਹਨੂੰ ਬਿਲਕੁਲ ਨਹੀਂ ਢਾਵਾਂਗੇ, ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੁਸੀਂ ਸਰਕਾਰ ਨੂੰ ਕਹੋ ਤਿੰਨੇ ਕਾਨੂੰਨ ਵਾਪਸ ਕਰੇ, ਅਸੀਂ ਇਹਨੂੰ ਸਾਰੇ ਨੂੰ ਖੋਲ ਖਾਲ ਕੇ ਲੈ ਜਾਵਾਂਗੇ। ਰਾਏ ਸਾਹਿਬ, ਮੰਨ ਲਓ ਚਲੋ ਅਸੀਂ ਵੀ ਇਹੀ ਦੁਆ ਕਰਦੇ ਹਾਂ, ਸਾਰੇ ਇਸੇ ਕਰਕੇ ਬੈਠੇ ਹਾਂ, ਉਮੀਦ ਦੇ ਵਿੱਚ ਬੈਠੇ ਨੇ ਕਿ ਖੇਤੀ ਕਾਨੂੰਨ ਰੱਦ ਹੋ ਜਾਣ, ਤੁਹਾਡੀ ਜਿੱਤ ਹੋਵੇ। ਚਲੋ ਮੰਨ ਲਓ ਜਦੋਂ ਜਿੱਤ ਹੋ ਵੀ ਗਈ, ਉਸ ਤੋਂ ਬਾਅਦ ਘਰ ਛੱਡ ਕੇ ਜਾਣਾ, ਇਸੇ ਘਰ ਦੇ ਜਾਣ ਕੇ ਕਹਿ ਸਕਦੇ ਹਾਂ ਹਿੱਕ ਦੇ ਉੱਤੇ ਨੂੰ ਜਿਹੜੀਆਂ ਗੱਡੀਆਂ ਚੱਲਣਗੀਆਂ, ਉਹ ਬੜਾ ਇੱਕ ਮਨ ਜਿਹੜਾ ਦੁਖੀ ਵੀ ਹੋਵੇਗਾ। ਮੈਂ ਕਿਹਾ ਤੁਸੀਂ ਇਸ ਅੰਦੋਲਨ ਦੀ ਇੱਕ ਹੋਰ ਖਾਸੀਅਤ ਵੇਖਿਓ ਕਿ ਇਹ ਵਿਲੱਖਣਤਾ ਆ ਕਿ ਜਦੋਂ ਇਹ ਅੰਦੋਲਨ ਖਤਮ ਹੋਏਗਾ ਜਾਵਾਂਗੇ, ਇਕੱਲਾ ਇਹੀ ਨਹੀਂ ਵੀ ਸਾਡੇ ਮਨਾਂ 'ਚ ਆਸ-ਪਾਸ ਦੇ ਲੋਕ ਰੋਣਗੇ। ਇੱਦਾਂ ਦਾ ਪਿਆਰ ਸਨੇਹ, ਇੱਦਾਂ ਦਾ ਹਰਿਆਣੇ ਵਾਲੇ ਸਾਥੀ ਆ, ਉਹ ਖੁਸ਼ ਹੁੰਦੇ ਨੇ, ਚਾਹ ਚੜ ਜਾਂਦਾ, ਕੋਈ ਲੱਸੀਆਂ ਲੈ ਕੇ ਆਉਂਦਾ, ਕੋਈ ਦੁੱਧ ਲੈ ਕੇ ਆਉਂਦਾ। ਮਤਲਬ ਇਹ ਅੰਦੋਲਨ ਨੇ ਇੱਕ ਨੇੜਤਾ, ਉਹ ਪਿਆਰ, ਹਿੰਦੂ ਮੁਸਲਿਮ ਸਿੱਖ ਈਸਾਈ ਭਾਈ ਭਾਈ ਵਾਲਾ ਜਿਹੜਾ ਨਾਰਾ ਆ, ਇਹ ਚਾਰੇ ਭਾਈ ਭਾਈ ਇਕੱਠੇ ਕਰਤੇ। ਆ ਜਿਹੜਾ ਵਿਤਕਰਾ ਪਾਇਆ ਸੀ ਪੰਜਾਬ ਹਰਿਆਣੇ 'ਚ ਸਰਕਾਰਾਂ ਨੇ ਵੰਡੀ ਪਾ ਕੇ SYL ਦੇ ਨਾਂ ਤੇ, ਉਹ ਇਕੱਠੇ ਕਰਤੇ। ਆਸ-ਪਾਸ ਦੇ ਲੋਕ ਆ, ਕੋਈ ਇੱਦਾਂ ਥੋੜ੍ਹੀ ਆ, ਕੋਈ ਤੰਗ ਥੋੜ੍ਹੀ ਆ, ਉਹ ਸਗੋਂ ਇਹ ਕਹਿੰਦੇ ਆ ਜੇ ਕੋਈ ਚੀਜ਼ ਦੀ ਕਮੀ ਲੋੜ ਹੈ ਸਾਨੂੰ ਦੱਸੋ, ਅਸੀਂ ਲਿਆਉਂਦੇ ਹਾਂ। ਇੱਕ ਪਿਆਰ ਪੈਦਾ ਹੋ ਗਿਆ। ਇਹ ਲੋਕ ਜਦੋਂ ਅਸੀਂ ਜਾਣਾ, ਇਹ ਸਾਰਿਆਂ ਦੀਆਂ ਅੱਖਾਂ ਨਾਮ ਹੋਣਗੀਆਂ ਵੀ ਇਹ ਸਾਡੇ ਸਾਥੀ ਜਿਹੜੇ ਸਾਡੇ ਕੋਲ ਰੌਣਕਾਂ ਲਾ ਕੇ ਬੈਠੇ ਸੀ, ਅੱਜ ਚਲੇ ਗਏ। ਜਦੋਂ ਅੰਦੋਲਨ ਜਿੱਤਾਂਗੇ, ਚਲੋ ਵਾਹਿਗੁਰੂ ਕਰੇ ਅੰਦੋਲਨ ਦੀ ਜਿੱਤ ਹੋਵੇ, ਫਿਰ ਮਿਲਦੇ ਰਵਾਂਗੇ। ਰਾਏ ਸਾਹਿਬ, ਇੱਕ ਪਾਸੇ ਤਾਂ ਜਿਵੇਂ ਜਦੋਂ ਵੀ ਕੋਈ ਕਿਸਾਨਾਂ ਦੇ ਵੱਲੋਂ ਪ੍ਰੋਗਰਾਮ ਦਿੱਤਾ ਜਾਂਦਾ ਵੱਡਾ, ਉਹ ਨਾਲ ਦੀ ਨਾਲ ਹੀ ਨਰਿੰਦਰ ਤੋਮਰ ਦਾ ਬਿਆਨ ਆ ਜਾਂਦਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਹੁਣ ਵੀ ਤੁਸੀਂ ਸੰਸਦ ਲਗਾਈ, ਨਾਲ ਦੀ ਨਾਲ ਬਿਆਨ ਆ ਗਿਆ ਕਿ ਅਸੀਂ ਤਿਆਰ ਹਾਂ, ਪਰ ਤਿਆਰ ਕਿਸ ਪਾਸੇ ਨੂੰ ਨੇ? ਦੇਖੋ, ਇਹ ਉਹਦੀ ਸਰਕਾਰ ਦੀ ਪਾਲਿਸੀ ਹੈ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਨੂੰ ਭਰਮ ਦੇ ਵਿੱਚ ਪਾਉਂਦੇ ਨੇ। ਇਹ ਗੱਲ ਕਿ ਲੋਕਾਂ ਨੂੰ ਲੱਗੇ ਵੀ ਜਿਹੜੀ ਇੱਕ ਸਰਕਾਰ ਹੈ ਤਾਂ ਕਿਸਾਨਾਂ ਪ੍ਰਤੀ ਬੜੀ ਸੰਜੀਦਾ ਹੈ, ਇਹ ਕਿਸਾਨ ਜਿੱਤੇ ਅੜੇ ਹੋਏ ਨੇ, ਉਹ ਲੋਕਾਂ ਦੇ ਵਿੱਚ ਸਾਡੀ ਛਵੀ ਖਰਾਬ ਕਰਕੇ ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਨੇ। ਜੇ ਉਹਨਾਂ ਦੀ ਮਨਸ਼ਾ ਹੋਵੇ ਵੀ ਅਸੀਂ ਤਿਆਰ ਹਾਂ, ਫਿਰ ਦੇਣ ਤਰੀਕ, ਸੱਦਣ ਕਿਸਾਨਾਂ ਨੂੰ। ਅਸੀਂ ਰੋਜ਼ ਸੰਸਦ ਵੀ ਜਾਂਦੇ ਹਾਂ, ਵਿੱਚੋਂ ਜਿਹੜੇ ਸਾਡੇ ਸਾਥੀ 40 ਆ 200 ਚੋਂ ਅਸੀਂ ਉੱਥੇ 200 ਦਾ ਜੱਥਾ ਹੋਰ ਭੇਜ ਦਿਆਂਗੇ, 40 ਇਹਨਾਂ ਨੇ ਜਾ ਕੇ ਮੀਟਿੰਗ ਕਰ ਲੈਣਗੇ। ਇਹ ਕਰਨ ਨਿਵੇਣ ਇਸ ਕੰਮ ਨੂੰ। ਅਸੀਂ ਤਾਂ ਕਹਿੰਦੇ ਜਿਹੜਾ ਕੱਲ੍ਹ ਨੂੰ ਨਿਵੇਣ ਅੱਜ ਨਿਵੇਣ, ਪਰ ਕਰਨਾ ਆ ਜੇ ਮਨੋਂ ਪੱਧਰੇ ਹੋ ਕੇ। ਜਿਹੜੀ ਉਹਦੀ ਮਾਨਸਿਕਤਾ ਨਾ, ਉਹ ਕੁਝ ਹੋਰ ਹੈ। ਉਹ ਅੰਦੋਲਨ ਨੂੰ ਬਦਨਾਮ ਕਰਨਾ ਤੇ ਖਰਾਬ ਕਰਨਾ, ਇਹ ਉਹਨਾਂ ਦੀ ਇੱਛਾ ਹੈ ਕਿ ਇਸ ਅੰਦੋਲਨ ਨੂੰ ਖਰਾਬ ਕਰੀਏ। ਇਹ ਬਾਰ-ਬਾਰ ਇਦਾਂ ਦੇ ਬਿਆਨ ਦੇਣਾ, ਫਿਰ ਬੁਲਾਉਣਾ ਹੈ ਨਹੀਂ ਗੱਲਬਾਤ ਕਰਨੇ ਨੂੰ, ਇਹ ਸਿਰਫ ਲੋਕਾਂ ਦੇ ਵਿੱਚ ਇਦਾਂ ਦੀ ਗੱਲ ਪੈਦਾ ਕਰ ਰਹੇ ਨੇ ਕਿ ਇਹ ਲੋਕਾਂ ਨੂੰ ਲੱਗੇ ਵੀ ਇਹ ਕਿਸਾਨ ਜਿੱਦੀ ਨੇ। ਪਰ ਹੁਣ ਲੋਕ ਸਭ ਸਮਝਦੇ ਨੇ, ਹੁਣ ਕੋਈ ਨਿਆਣਾ ਨਹੀਂ, ਹੁਣ ਸਭ ਜਾਣਦੇ ਨੇ ਵੀ ਸਰਕਾਰ ਕੀ ਕਰ ਰਹੀ ਹੈ। ਰਾਏ ਸਾਹਿਬ, ਘਰ ਤੁਸੀਂ ਪਾ ਲਿਆ, ਪਲਸਤਰ ਕਰਵਾ ਲਿਆ, ਹੁਣ ਰੰਗ ਵਗੈਰਾ ਕਦੋਂ ਕਰਵਾਓਗੇ? ਦੇਖੋ, ਇਹ ਰੰਗ ਤੇ ਹੁਣ ਤੱਕ ਹੋ ਜਾਣਾ ਸੀ। ਉਹ ਕੁਛ ਹੱਦ ਤੱਕ ਅਸੀਂ ਕਿਹਾ ਵੀ ਚਲੋ, ਕਿਉਂਕਿ ਉਹ ਜਿਹੜਾ ਨਾ ਸਰਕਾਰ ਦਾ ਪ੍ਰੈਸ਼ਰ ਹੈ ਲੋਕਲ ਪ੍ਰਸ਼ਾਸਨ ਤੇ। ਲੋਕਲ ਪ੍ਰਸ਼ਾਸਨ ਜਿਹੜਾ ਇੱਥੋਂ SHO DSP ਨੇ, ਉਹ ਉਹਨਾਂ ਦੀ ਪਿੱਠ ਸੁਣਦੀ, ਉਹ ਸਾਡੀ ਸਪੋਰਟ ਕਰਦੇ ਨੇ। ਸਪੋਰਟ ਕਿਸ ਕੰਮ 'ਚ ਕਰਦੇ ਨੇ? ਮੰਨ ਲਓ ਇੱਥੇ ਲੋਕਲ ਲੋਕਾਂ ਨਾਲ ਝਗੜਾ ਹੋ ਜਾਂਦਾ, ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦ ਕੇ ਸਾਡੇ ਨਾਲ ਬਿਠਾ ਦਿੰਦੇ ਨੇ ਵੀ ਅਸੀਂ ਉਹਨਾਂ ਨਾਲ ਬੈਠ ਕੇ ਸਮਝੌਤਾ ਕਰ ਲਿਆ। ਮੀਡੀਏਟਰ ਦਾ ਕੰਮ ਕਰਦੇ ਨੇ। ਫਿਰ ਆਪਾਂ ਉਹਨਾਂ ਨੂੰ
ਐਵੇਂ ਹੀ ਪਰੇਸ਼ਾਨ ਕਰੀਏ। ਸਰਕਾਰ ਉਹਨਾਂ ਨੂੰ ਕਹਿੰਦੀ ਆ ਵੀ ਤੁਹਾਡਾ ਲਾਅ ਐਂਡ ਆਰਡਰ ਕਿੱਥੇ ਆ, ਉੱਥੇ ਤਾਂ ਆਹ ਕੰਮ ਹੋ ਗਿਆ, ਆਹ ਹੋ ਗਿਆ। ਅਸੀਂ ਕਿਹਾ ਵੀ ਹੁਣ ਸਾਨੂੰ ਰਹਿਣ ਬਸੇਰਾ ਚਾਹੀਦਾ ਸੀ, ਉਹ ਬਣ ਗਿਆ। ਹੁਣ ਰੰਗ ਰੂੰਗ ਕਰਨ ਦੀ ਕੋਈ ਲੋੜ ਨਹੀਂ। ਹੁਣ ਅਸੀਂ ਆਹ ਬੋਰਡ ਉੱਪਰ ਆਪਣੇ ਲਾ ਲਿਆ ਜਥੇਬੰਦੀ ਦੇ, ਇਹੀ ਸਾਡਾ ਪੇਂਟ ਹੈ, ਇਹੀ ਰੰਗ ਹੈ। ਹੁਣ ਇੱਦਾਂ ਹੀ ਰਵਾਂਗੇ, ਕੋਈ ਗੱਲ ਨਹੀਂ। ਪਰ ਇਹ ਹੈਗਾ ਵੀ ਮਕਾਨ ਪੱਕੇ ਬਣਾ ਕੇ ਉਹਨਾਂ ਚਿਰ ਰਵਾਂਗੇ ਜਿੰਨਾ ਚਿਰ ਸਰਕਾਰ ਤਿੰਨੋਂ ਕਾਨੂੰਨ ਵਾਪਸ ਨਹੀਂ। ਆਖਰੀ ਸਵਾਲ ਰਾਏ ਸਾਹਿਬ, ਸੰਸਦ ਲਗਾਈ ਗਈ ਸੀ ਕੱਲ, ਤੁਸੀਂ ਡਿਪਟੀ ਸਪੀਕਰ ਵੀ ਰਹੇ ਹੋ ਸੰਸਦ ਦੇ ਵਿੱਚ, ਅੱਜ ਵੀ ਸੰਸਦ ਜਾਰੀ ਆ, ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਜਾਂ ਕਿੰਨਾ ਕੁ ਅਸਰ ਹੋਵੇਗਾ ਸਰਕਾਰ ਤੇ? ਦੇਖੋ, ਸਰਕਾਰ ਤੇ ਅਸਰ ਦੀ ਗੱਲ ਤਾਂ ਮੈਂ ਸਮਝਦਾ ਪਈ। ਇੱਕ ਤਾਂ ਅਸੀਂ ਵਿਪ ਜਾਰੀ ਕੀਤੀ ਸੀ 19 ਤਰੀਕ ਤੋਂ, ਉਹਨਾਂ ਦੀ ਜਿਹੜੀ ਆ ਉਹ ਸੰਸਦ ਹੈ ਉਹ ਚੱਲੇ ਨਹੀਂ ਸਕੀ ਸੰਪੂਰਨ ਢੰਗ ਨਾਲ। ਕੱਲ ਵੀ ਉਹਨਾਂ ਨੂੰ ਉਹ ਵਿੱਚੇ ਸਸਪੈਂਡ ਕਰਨੀ ਪਈ, ਸਥਗਿਤ ਕਰਨੀ ਪਈ। ਇਸੇ ਤਰੀਕੇ ਦੇ ਨਾਲ ਕੱਲ ਅਸੀਂ ਲਗਭਗ 2 ਕਰਨਾਟਕ ਤੋਂ MP ਆਏ, 20 MP ਕੇਰਲ ਤੋਂ ਆਏ ਜਿਹੜੇ ਸਾਡੀ ਸਪੋਰਟ 'ਚ ਆਏ। ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਆਪਾਂ ਸੰਸਦ ਲਾਈ ਆ ਉਹਦਾ ਵੱਡਾ ਦਬਾਅ ਆ ਸਰਕਾਰ ਤੇ ਉਹ ਦਬਾਅ ਕਰਕੇ ਹੁਣ ਇਦਾਂ ਕਰਦੇ। ਅੱਜ ਮੀਡੀਆ ਦੀ ਬਸ ਫੇਰ ਆਏ 'ਚ ਰੋਕ ਲਈ ਸੀ, ਰੌਲਾ ਪਾ ਕੇ ਹੁਣ ਛਡਾਈ ਹੈ। ਇਹ ਸਰਕਾਰ ਤੇ ਦਬਾਅ ਹੈ। ਸਰਕਾਰ ਕਿਤੇ ਨਾ ਕਿਤੇ ਆ ਦਬਾਅ ਕਰਕੇ ਬਿਆਨ ਦਿੰਦਾ ਤੋਮਰ ਫੇਰ ਤਾਂ ਜੀ ਸੰਸਦ ਲੱਗ ਬੜੇ ਗੱਲ ਕਰਨ ਨੂੰ ਤਿਆਰ ਆ। ਇਹ ਸੰਸਦ ਦਾ ਇਹਦਾ ਅੰਦੋਲਨ ਦਾ ਦਬਾਅ ਆ ਵੀ 200 ਬੰਦਾ ਗਿਆ ਤਾਂ 30,000 ਪੁਲਿਸ ਕਰਮੀ ਲਾ ਆਇਆ ਸੀ, ਹੈ ਨਾ। ਇਹ ਭੈ ਹੀ ਹੈ ਉਹਨਾਂ ਨੂੰ। ਹੁਣ ਇਹਦਾ ਆਪਣੇ ਦੇਸ਼ ਦੇ ਲੋਕਾਂ ਤੋਂ ਜਦੋਂ ਦੇਸ਼ ਦੇ ਰਾਜੇ ਨੂੰ ਭੈ ਆਉਣਾ ਸ਼ੁਰੂ ਹੋ ਜਾਏ ਫਿਰ ਮੈਂ ਤਾਂ ਕਹਿੰਦਾ ਉਹਨੂੰ ਗੱਦੀ ਛੱਡ ਦੇਣੀ ਚਾਹੀਦੀ ਹੈ। ਸੋ ਇਸ ਕਰਕੇ ਜਾਂ ਲੋਕਾਂ ਦੇ ਵਿੱਚ ਆ ਕੇ ਬੈਠੇ, ਉਹਨਾਂ ਦੇ ਦਰਦ ਨੂੰ ਜਾਣੇ ਤੇ ਉਹਨਾਂ ਦੇ ਦਰਦ ਦਾ ਹੱਲ ਕਰੇ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ। ਸੋ ਬਿਲਕੁਲ ਤਸਵੀਰ ਤੁਹਾਨੂੰ ਇੱਕ ਵਾਰ ਸਾਰੇ ਪਾਸੇ ਤੋਂ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਹੁਰਾਂ ਦੇ ਵੱਲੋਂ ਇਹ ਜਿਹੜਾ ਆ ਰਹਿਣ ਬਸੇਰਾ ਬਣਾਇਆ ਗਿਆ। ਇੱਕ ਵਾਰ ਅੰਦਰ ਦੀ ਵੀ ਤੁਹਾਨੂੰ ਝਾਤ ਮਰਵਾ ਦਿੰਦੇ ਆ ਕਿ ਅੰਦਰ ਦੀ ਜਿਹੜੀਆਂ ਸੁਵਿਧਾਵਾਂ ਕੀ ਨੇ, ਅੰਦਰ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਨੇ, ਤੁਹਾਨੂੰ ਤਸਵੀਰ ਦੇ ਰਾਹੀਂ ਦਿਖਾ ਦਿੰਦੇ ਆ। ਫਰਸ਼ ਦੀ ਜਿਹੜੀ ਕੋਈ ਲੋੜ ਨਹੀਂ ਹੈ, ਪੱਕੇ ਫਰਸ਼ ਲੱਗੇ ਹੋਏ ਨੇ। ਬਕਾਇਦਾ ਇੱਥੇ ਜਿਹੜੇ CCTV ਕੈਮਰੇ ਵੀ ਲੱਗੇ ਹੋਏ ਨੇ, LED ਅੰਦਰ ਲਗਾਈ ਗਈ ਹੈ, LED ਇਨਵਰਟਰ ਵੀ ਇੱਥੇ ਲਗਾਇਆ ਹੋਇਆ, AC ਲੱਗੇ ਹੋਏ ਨੇ। ਰਹਿਣ ਬਸੇਰੇ ਪੱਕੇ ਜਿਹੜੇ ਬਣਾਏ ਗਏ ਨੇ, ਕਿਉਂਕਿ ਕੋਈ ਪਤਾ ਨਹੀਂ ਕਿ ਆਖਰ ਸਰਕਾਰ ਆਪਣੀ ਹੈਂਕੜ ਕਦੋਂ ਤੱਕ ਛੱਡੇਗੀ ਤੇ ਆਖਰ ਕਦੋਂ ਤੱਕ ਇੰਜ ਹੀ ਇੱਥੇ ਬੈਠਣਾ ਪਵੇਗਾ, ਜਿਸ ਨੂੰ ਦੇਖਦੇ ਹੋਏ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਜਿਹੜਾ ਇਹ ਘਰ ਬਣਾਇਆ ਗਿਆ, ਰਹਿਣ ਬਸੇਰਾ ਬਣਾਇਆ ਗਿਆ। CCTV ਕੈਮਰੇ ਜਿਹੜੇ ਨੇ ਲੱਗੇ ਨੇ ਸਾਰੇ ਪਾਸੇ, ਤਾਂ ਜੋ ਜਿਵੇਂ ਸ਼ਰਾਰਤੀ ਅਨਸਰ ਜਿਹੜੇ ਆਉਂਦੇ ਨੇ ਉਹਨਾਂ ਨੂੰ, ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ, ਕੋਈ ਅਜਿਹੇ ਇੱਥੇ ਅਣਹੋਣੀ ਨਾ ਹੋ ਸਕੇ। ਤੁਹਾਨੂੰ ਰਸੋਈ ਦਿਖਾ ਰਹੇ ਹਾਂ, ਜਿਵੇਂ ਰਸੋਈ ਬਣਾਈ ਗਈ ਆ ਵੱਡੀ ਖੁੱਲੀ। ਇੱਥੇ ਜਿਹੜੇ ਨੇ ਲੰਗਰ ਚੱਲਦੇ ਨੇ, ਇਹ ਲੰਗਰ ਸਿਰਫ ਕਿਸਾਨਾਂ ਲਈ ਨਹੀਂ ਬਲਕਿ ਕੋਈ ਵੀ ਇੱਥੇ ਆ ਕੇ ਜਿਹੜਾ ਲੰਗਰ ਛਕ ਸਕਦਾ, ਹਮੇਸ਼ਾ ਇੱਥੇ ਲੰਗਰ ਚੱਲਦਾ। ਪਿੱਛੇ ਦਾ ਇੱਕ ਵਾਰੀ ਮਾਹੌਲ ਦਿਖਾ ਦਿੰਦੇ, ਇੱਥੇ ਜਿਹੜਾ ਪੂਰਾ ਘਰ ਇੱਕ ਜਿਵੇਂ ਵਧੀਆ ਘਰ ਹੁੰਦਾ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ, ਉਸ ਤਰ੍ਹਾਂ ਹਰ ਸੁਵਿਧਾਵਾਂ ਜਿਹੜੀਆਂ ਨੇ ਇੱਥੇ ਘਰ ਦੇ ਵਿੱਚ ਦਿੱਤੀਆਂ ਹੋਈਆਂ ਨੇ। ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇਹਨਾਂ ਨੇ ਸਭ ਕੁਝ ਬਣਾਇਆ ਹੋਇਆ। ਬਣਾਈ ਹੈ ਜਿਹੜੇ ਵਾਧੂ ਆਉਂਦੇ ਆ ਸਾਡੇ ਸੱਜਣ, ਹੋਰ ਜਦੋਂ ਗਿਣਤੀ ਵੱਧਦੀ ਹੈ ਉਹਨਾਂ ਦੇ ਰਹਿਣ ਵਾਸਤੇ ਬਿਲਕੁਲ ਇੱਕ ਤਰ੍ਹਾਂ ਕੂਲਰ ਵੀ ਰੱਖਿਆ ਹੈ, ਗੈਸਟ ਰੂਮ ਬਣਾਇਆ ਹੋਇਆ ਇੱਥੇ। ਜਿਹੜੇ ਕੋਈ ਗੈਸਟ ਆ ਜਾਂਦੇ ਨੇ, ਜਿਹੜੇ ਕੋਈ ਜਦੋਂ ਜ਼ਿਆਦਾ 3 ਕਮਰਿਆਂ ਤੋਂ ਜ਼ਿਆਦਾ ਜਦੋਂ ਲੋੜ ਹੁੰਦੀ ਆ ਤਾਂ ਉਹਨਾਂ ਦੇ ਲਈ ਇਹ ਬੜਾ ਖੂਬਸੂਰਤ ਜਿਹੜਾ ਕਾਨਿਆਂ ਦੇ ਨਾਲ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਬਣਾਇਆ ਗਿਆ। ਬਿਲਕੁਲ ਠੰਡਾ ਰਹਿੰਦਾ ਤੇ ਨਾਲ ਆਸੇ-ਪਾਸੇ ਇਸ ਦੇ ਜਾਲੀ ਲਗਾਈ ਹੈ ਤਾਂ ਜੋ ਕਿਉਂਕਿ ਗਰਮੀ ਦਾ ਮੌਸਮ ਆ, ਮੱਛਰ ਵਗੈਰਾ ਵੀ ਹੁੰਦੇ ਨੇ, ਉਹ ਮੱਛਰਾਂ ਤੋਂ ਬਚਿਆ ਜਾ ਸਕੇ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ। ਪਿੱਛੇ ਵੀ ਜਿਹੜੇ ਇਹ ਫੁੱਟਪਾਥ ਦੀ ਜਗ੍ਹਾ ਦੇ ਉੱਤੇ ਦਰਖਤ ਲਗਾ ਦਿੱਤੇ ਗਏ ਨੇ ਤਾਂ ਜੋ ਇਹ ਇਤਿਹਾਸ ਦੇ ਵਿੱਚ ਇਹ ਗਵਾਹੀ ਭਰਨਗੇ ਕਿ ਆਖਰ ਇਹ ਜਿਹੜੇ ਦਰਖਤ ਨੇ ਇਹ ਲਗਾਏ ਕਿਸਾਨਾਂ ਦੇ ਵੱਲੋਂ ਲਗਾਏ ਗਏ ਸੀ। ਜਿੱਥੇ ਫੁੱਟਪਾਥ ਸੀ ਉੱਥੇ ਫੁੱਟਪਾਥ ਦੇ ਉੱਤੇ ਕਿਸਾਨਾਂ ਦੇ ਵੱਲੋਂ ਦਰਖਤ ਲਗਾ ਦਿੱਤੇ ਗਏ ਨੇ। ਯਾਦ ਰਹੇਗਾ ਜਦੋਂ ਇਹ ਕਿਸਾਨੀ ਅੰਦੋਲਨ ਜਿੱਤ ਕੇ ਕਿਸਾਨ ਵਾਪਸ ਵੀ ਜਾਣਗੇ, ਗਵਾਹੀ ਭਰਨਗੇ ਇਹ ਦਰਖਤ ਵੀ ਕਿ ਆਖਰ ਇਹ ਕਿਸਾਨਾਂ ਦੇ ਵੱਲੋਂ ਲਗਾਏ ਗਏ ਸੀਗੇ। ਲੰਗਰ ਘਰ ਵੀ ਇੱਥੇ ਬਣਾਇਆ ਗਿਆ ਪ੍ਰੋਪਰ ਤਰੀਕੇ ਦੇ ਨਾਲ। ਸੀਟਿੰਗ ਜਿਹੜੀ ਆ ਸੁਵਿਧਾਵਾਂ ਰੱਖੀ ਗਈ ਆ, LED ਇੱਥੇ ਲਗਾਈ ਗਈ ਆ ਕਿਉਂਕਿ ਕੈਮਰੇ ਵੀ ਲਗਾਏ ਗਏ ਨੇ, ਪੱਖੇ ਲਗਾਏ ਗਏ ਨੇ। ਹਰ ਤਰੀਕੇ ਦੀ ਜਿਹੜੀਆਂ ਸਹੂਲਤਾਂ ਇੱਥੇ ਕਿਸਾਨਾਂ ਦੇ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਨੇ ਸਹੂਲਤਾਂ, ਹਰ ਕੋਈ ਇਹੀ ਕਹਿ ਰਿਹਾ ਕਿ ਅਸੀਂ ਬਿਲਕੁਲ ਇੱਧਰ ਹਰੇਕ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ। ਟਰਾਲੀਆਂ ਦੇ ਵਿੱਚ ਵੀ AC ਨੇ, ਟਰਾਲੀਆਂ ਦੇ ਇੱਕ ਨਜ਼ਰ ਮਰਵਾ ਦਿੰਦੇ ਆ, ਟਰਾਲੀ ਦੇ ਵਿੱਚ ਵੀ ਜਿਹੜੇ AC ਲੱਗੇ ਹੋਏ ਨੇ ਹਰ ਤਰੀਕੇ ਦੇ ਨਾਲ। ਬਿਲਕੁਲ ਜਦੋਂ ਸੰਗਤ ਜ਼ਿਆਦਾ ਹੋ ਜਾਂਦੀ ਹੈ ਤਾਂ ਟਰਾਲੀਆਂ ਦੇ ਵਿੱਚ ਵੀ ਰਹਿ ਲੈਂਦੇ ਨੇ, ਘਰ ਵੀ ਆਪਣੇ ਪੱਕੇ ਬਣਾ ਲਏ ਗਏ ਨੇ, ਟਰਾਲੀਆਂ ਦੇ ਵਿੱਚ ਵੀ ਸੁਵਿਧਾਵਾਂ ਨੇ। ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਲੈਸ ਇਹ ਜਿਹੜੇ ਨੇ ਘਰ ਪੱਕੇ ਮਕਾਨ ਤਿਆਰ ਕਰਵਾ ਦਿੱਤੇ। ਇਹਨਾਂ ਨੂੰ ਜਾਣਨ ਵੀ ਲੱਗ ਗਏ ਕਿ ਪੱਕੇ ਮਕਾਨਾਂ ਵਾਲੇ, ਜਿਵੇਂ ਤੁਸੀਂ ਸੁਣਿਆ ਸੀ ਰਾਏ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ
ਸਾਡੇ ਕੋਲ ਜਦੋਂ ਕੋਈ ਕੋਰੀਅਰ ਆਂਦਾ ਤੁਸੀਂ ਐਡਰੈਸ ਇਹ ਦਿੰਦੇ ਆ ਕਿ ਪੱਕੇ ਮਕਾਨ ਵਾਲੇ ਤੁਸੀਂ ਉੱਥੇ ਆ ਜਾਓ, ਉੱਥੇ ਪਹੁੰਚ ਜਾਂਦਾ। ਰਾਏ ਸਾਹਿਬ ਬਿਲਕੁਲ ਤੁਸੀਂ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਜਿਹੜਾ ਕਹਿ ਸਕਦੇ ਆ, ਬਹੁਤ ਵਧੀਆ ਤਰੀਕੇ ਦੇ ਨਾਲ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਨੇ। ਸਰਕਾਰ ਨੂੰ ਤਾਂ ਪੂਰਾ ਡਰ ਹੋਏਗਾ ਹੁਣ ਤਾਂ। ਨਹੀਂ, ਸਰਕਾਰ ਨੂੰ ਹੁਣ ਪਤਾ ਵੀ ਨਹੀਂ ਜਾਣਾ ਨਹੀਂ ਜੇ ਚਿੰਬੜ ਗਏ। ਵੈਸੇ ਸਰਕਾਰ ਨੂੰ ਅਨੁਮਾਨ ਹੈ ਵੀ ਇਹ ਕੌਮ ਪਿੱਛੇ ਮੁੜਨ ਵਾਲੀ ਹੈ ਨਹੀਂ। ਸਰਕਾਰ ਤਾਂ ਹੁਣ ਇਹ ਚਾਹੁੰਦੀ ਕਿ ਇਸ ਤਰ੍ਹਾਂ ਇਹਨਾਂ ਨੂੰ ਬਦਨਾਮ ਕਰਕੇ ਅੰਦੋਲਨ ਨੂੰ ਕਮਜ਼ੋਰ ਕਰੀਏ, ਪਰ ਸਰਕਾਰ ਉਹ 'ਚ ਕਾਮਯਾਬ ਨਹੀਂ ਹੋਊਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਹਰਿਆਣੇ ਵਾਲੇ ਭਰਾ ਸਾਡੇ ਨਾਲ ਖੜੇ ਦੀਵਾਰ ਬਣ ਕੇ, ਤੇ ਇਹ ਚੰਗੀ ਗੱਲ ਹੋਈ ਹੈ ਇਸ ਅੰਦੋਲਨ ਦੀ। ਇਹ ਚੰਗੀ ਦਿੱਖ ਹੈ ਕਿ ਅੱਜ ਉਹ ਸਾਂਝ ਬਣ ਗਈ ਮੁੜ ਕੇ। ਤੇ ਹੁਣ ਜਦੋਂ ਅਸੀਂ ਕਹਿ ਦਿਓ ਸਾਰੇ ਭਾਈ ਇਕੱਠੇ ਹੋ ਗਏ ਤਾਂ ਫਿਰ ਇਹ ਕੀ ਕਰਨਗੇ? ਸਾਡਾ ਕੁਝ ਨਹੀਂ ਵਿਗਾੜ ਸਕਣਗੇ। ਅੱਜ ਇਹਨਾਂ ਨੂੰ ਮੁੜਨਾ ਪਊ ਪਿੱਛੇ, ਨਰਿੰਦਰ ਮੋਦੀ ਨੂੰ ਪਿੱਛੇ ਮੁੜਨਾ ਪਊ, ਇਹ ਕਾਨੂੰਨ ਵਾਪਸ ਕਰਨੇ ਪੈਣਗੇ। ਇਸ ਕਰਕੇ ਇਹ ਸਰਕਾਰ ਜਿੰਨੀ ਜਲਦੀ ਕਰ ਲਊ ਉਨਾ ਇਹਨਾਂ ਵਾਸਤੇ ਚੰਗਾ। ਜੀ ਬਿਲਕੁਲ। ਸੋ ਹਰ ਕੋਈ ਇਹੀ ਕਹਿ ਰਿਹਾ ਕਿ ਜਿਹੜੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜਿਹੜੀ ਇਹ ਆ ਹੈਂਕੜ ਛੱਡਣੀ ਪਵੇਗੀ ਤੇ ਕਿਸਾਨਾਂ ਦੀ ਗੱਲ ਮੰਨਣੀ ਪਵੇਗੀ। ਤੇ ਕਿਸਾਨ ਤਾਂ ਹੁਣ ਪੱਕੇ ਮਕਾਨ ਬਣਾ ਕੇ ਬੈਠ ਗਏ। ਕੋਈ ਮੀਂਹ ਆਵੇ, ਹਨੇਰੀ ਆਵੇ, ਕੋਈ ਫਿਕਰ ਨਹੀਂ। ਹੁਣ ਤਾਂ ਸਿਰਫ ਉਹ ਖੇਤੀ ਕਾਨੂੰਨਾਂ ਦਾ ਫਿਕਰ ਆ। ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਵਾਪਸ ਨਹੀਂ ਜਾਣਗੇ। ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਬਣੇ ਰਹੋ। ਕੈਮਰਾਮੈਨ ਗੁਰਵੀਰ ਦੇ ਨਾਲ ਇਮਰਾਨ ਖਾਨ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।